नानक नाम चढ़दी कला तेरे भाने सरबत दा भला। आप सबका इस चैनल ते धन्नवाद है। स्पिरिचुअल जर्नी दर्शन महाराज। अज साडे नाल गैसट नहीं है कोई। अज मैं खुद अपना तुहाडे नाल जो थोड़ा बहुता महाराज जी की कृपा दे नाल कुछ उन्हां दी रहमत दे नाल मैनू देखण नूं मिलिया जां महाराज जी ने मेरे मन चों ਉਹ ਸ਼ੰਕਾ ਜਿਹੜੀ ਸੀਗੀ ਉਹਨੂੰ ਦੂਰ ਕਰਨ ਵਾਸਤੇ ਇਹ ਮੈਨੂੰ ਦਿਖਾਇਆ। ਮੇਰੀ ਔਕਾਤ ਨਹੀਂ ਹੈ ਮੈਂ ਸੋਚਦਾ ਕਿ ਕਿਸੇ ਰੱਬੀ ਜਾਂ ਅਲਾਈ ਚੀਜ਼ ਨੂੰ ਮੈਂ ਦੇਖ ਸਕਾਂ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਇੰਨਾ ਪਾਕ ਪਵਿੱਤਰ ਨਹੀਂ। ਪਰ ਮਹਾਰਾਜ ਜੀ ਦੀ ਰਹਿਮਤ, ਜਿਸ ਤਰ੍ਹਾਂ ਕਿ ਮਹਾਰਾਜ ਜੀ ਨੇ ਮੌਕਾ ਬਖਸ਼ਿਆ ਸੀਗਾ ਆਪਣੇ ਨਾਲ ਰਹਿਣ ਦਾ ਤੇ ਆਪਣੇ ਨਾਲ ਸਮਾਂ ਬਿਤਾਉਣ ਦਾ, ਇਹ ਉਹਨਾਂ ਦੀ ਰਹਿਮਤ ਸੀਗੀ। ਤੇ ਮੈਂ ਹਮੇਸ਼ਾ ਸਵਾਲ ਕਰਿਆ ਕਰਦਾ ਸੀਗਾ, ਕਿਉਂਕਿ ਸਵਾਲ ਇਸ ਕਰਕੇ ਨਹੀਂ ਕਰਦਾ ਸੀਗਾ ਕਿ ਵੀ ਮੈਂ ਬਹੁਤ ਚਕਤਰ ਚੁਲਾਕ ਆਪਣੇ ਆਪ ਨੂੰ ਸਮਝਦਾ ਸੀ ਜਾਂ ਮੈਨੂੰ ਜ਼ਿਆਦਾ ਪਤਾ ਸੀਗਾ। ਮੈਂ ਇਸ ਕਰਕੇ ਸਵਾਲ ਕਰਦਾ ਹੁੰਦਾ ਸੀ ਕਿ ਅਗਰ ਮੇਰੇ ਮਨ 'ਚ ਕੋਈ ਸਵਾਲ ਹੈ ਤੇ ਉਹਦਾ ਮੈਨੂੰ ਜਵਾਬ ਚਾਹੀਦਾ। ਅਗਰ ਉਹਦਾ ਜਵਾਬ ਮੈਨੂੰ ਰਾਈਟ ਮਿਲੇਗਾ ਤੇ ਹੋ ਸਕਦਾ ਕਿ ਮੈਂ ਗਲਤ ਨਾ ਹੋਵਾਂ। ਜੇ ਉਸ ਸਵਾਲ ਨੂੰ ਮੈਂ ਕਿਸੇ ਨੂੰ ਨਹੀਂ ਪੁੱਛ ਸਕਦਾ ਤੇ ਮੈਂ ਆਪਣੇ ਆਪ ਹੀ ਉਹਦਾ ਜਵਾਬ ਲੈ ਕੇ ਕਿਸੇ ਗਲਤ ਰਸਤੇ ਤੇ ਚੱਲ ਪਵਾਂ ਤੇ ਬਾਅਦ 'ਚ ਪਛਤਾਵਾਂ। ਇਸ ਕਰਕੇ ਮੈਂ ਹਮੇਸ਼ਾ ਸਵਾਲ ਕਰਦਾ ਤਾਂ ਕਿ ਮੈਨੂੰ ਉਹਦਾ ਜਵਾਬ ਮਿਲੇ। ਮਹਾਰਾਜ ਜੀ ਹਮੇਸ਼ਾ ਕਿਹਾ ਕਰਦੇ ਸੀ ਕਿ ਅਗਰ ਕੋਈ ਤੁਹਾਨੂੰ ਪ੍ਰੋਬਲਮ ਹੈ ਜਾਂ ਦਰਦ ਹੈ ਤੇ ਉਹਦਾ ਢੰਡੋਰਾ ਪਿੱਟੋ, ਮੀਨਸ ਸਾਰਿਆਂ ਨੂੰ ਦੱਸੋ। ਜਿਸ ਤਰ੍ਹਾਂ ਆਮ ਇੱਥੇ ਗੋਰੇ ਕਹਿੰਦੇ ਆ ਕਿ ਜਦੋਂ ਤੁਸੀਂ ਕਿਸੇ ਪ੍ਰੋਬਲਮ 'ਚ ਹੋਵੋ ਤੇ ਤੁਹਾਨੂੰ ਸਹਾਰਾ ਚਾਹੀਦਾ ਹੋਵੇ ਤੇ ਹੈਲਪ 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 ਤੁਸੀਂ ਉੱਚੀ ਸਾਰੀ ਬੋਲੋ ਤਾਂ ਕਿ ਕੋਈ ਵੀ ਕਿਤੇ ਸੁਣਦਾ ਆ ਕੇ ਤੁਹਾਡੀ ਮਦਦ ਕਰ ਸਕੇ। ਸੋ ਇਸ ਤਰ੍ਹਾਂ ਹੀ ਮੈਂ ਮਹਾਰਾਜ ਜੀ ਨੂੰ ਹਮੇਸ਼ਾ, ਜਦੋਂ ਮੈਨੂੰ ਕੋਈ ਮਨ 'ਚ ਆਉਂਦਾ ਸੀਗਾ, ਮੈਂ ਸਵਾਲ ਕਰਦਾ ਰਹਿੰਦਾ ਸੀਗਾ। ਤੇ ਮੈਂ ਮਹਾਰਾਜ ਜੀ ਨੂੰ ਸਵਾਲ ਕੀਤਾ ਕਿ ਮੈਂ ਮਹਾਰਾਜ ਜੀ ਕਿ ਤੁਸੀਂ ਮੈਨੂੰ ਆਪਣੇ ਕੋਲ ਲੈ ਕੇ ਆਏ ਹੋ, ਆਪਣੇ ਨਾਲ ਰੱਖਿਆ, ਤਾਂ ਮੈਨੂੰ ਨਹੀਂ ਲੱਗਦਾ ਕਿ ਮੇਰੇ ਆਪ ਨੂੰ ਮੈਂ ਦੇਖਾਂ ਕਿ ਮੈਂ ਇੰਨੇ ਕਾਬਲ ਹਾਂ ਕਿ ਮੈਂ ਤੁਹਾਡੇ ਨਾਲ ਰਹਿ ਸਕਾਂ ਜਾਂ ਉਹ ਕੰਮ ਕਰ ਸਕਾਂ ਜਿਸ ਵਾਸਤੇ ਤੁਸੀਂ ਮੈਨੂੰ ਚੁਣਿਆ। ਮਹਾਰਾਜ ਜੀ ਜਵਾਬ ਦਿੰਦੇ ਨੇ, ਕਹਿੰਦੇ ਨੇ ਕਿ ਵੀ ਤੁਹਾਡੀਆਂ ਅਕਲਾਂ ਤੇ ਸਾਡੀਆਂ 'ਚ ਫਰਕ ਹੈਗਾ। ਜਿੱਥੋਂ ਤੁਹਾਡੀ ਸੋਚ ਖਤਮ ਹੁੰਦੀ ਹੈ ਉੱਥੋਂ ਸਾਡੀ ਸੋਚ ਸ਼ੁਰੂ ਹੁੰਦੀ ਹੈ, ਰੱਬ ਦੀ ਸੋਚ ਸ਼ੁਰੂ ਹੁੰਦੀ ਹੈ। ਸੋ ਉਹ ਇਹ ਕਹਿੰਦੇ ਸੀ ਕਿ ਜਿਸ ਤਰ੍ਹਾਂ ਸੇਵਕ ਸੋਚਦੇ ਆ ਕਿ ਵੀ ਮੈਂ ਕੀਤਾ, ਮੈਂ ਆਪਣੀ ਅਕਲ ਦੇ ਨਾਲ ਆਹ ਕਰ ਦਿੱਤਾ, ਮੇਰੀ ਸੋਚ ਦੇ ਨਾਲ ਮਿਸ਼ਨ ਨੂੰ ਆਹ ਫਾਇਦਾ ਹੋ ਗਿਆ। ਉਹ ਕਹਿੰਦੇ ਨਹੀਂ, ਇਹ ਤੁਹਾਡਾ ਭੁਲੇਖਾ ਹੈਗਾ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਜਾਂ ਤੁਹਾਡੀ ਸਿਆਣਪ ਰੱਬ ਦੇ ਘਰ 'ਚ ਕੰਮ ਨਹੀਂ ਆਉਂਦੀ। ਰੱਬ ਤੁਹਾਡੇ ਕੋਲੋਂ ਆਪਣੀ ਸਿਆਣਪ ਦੇ ਕੇ ਕੰਮ ਕਰਵਾਉਂਦਾ। ਤੇ ਉਹ ਕਹਿੰਦੇ ਕਿ ਜੋ ਮੇਰਾ ਰੱਬ ਕਹਿੰਦਾ ਮੈਂ ਉਹ ਕਰਦਾ। ਕਿ ਤੈਨੂੰ ਇਸ ਕਰਕੇ ਇਹ ਜੋ ਮਹਾਰਾਜ ਜੀ ਨੇ ਮੈਨੂੰ ਆਪਣਾ ਪੀਏ ਹੋਣ ਦਾ ਮਾਣ ਬਖਸ਼ਿਆ, ਕਹਿੰਦੇ ਮੈਂ ਇਸ ਕਰਕੇ ਕੀਤਾ ਕਿ ਕਈਆਂ ਲੋਕਾਂ ਦੇ ਦਿਲਾਂ 'ਚ ਭੁਲੇਖਾ ਹੈ ਕਿ ਅਸੀਂ ਆਹ ਕਰਦੇ ਹਾਂ ਤੇ ਡੇਰੇ ਨੂੰ ਫਾਇਦਾ ਹੁੰਦਾ, ਮੇਰੀ ਸਿਆਣਪ ਹੈ ਤੇ ਇਸ ਕਰਕੇ ਮਹਾਰਾਜ ਜੀ ਨੂੰ ਫਾਇਦਾ ਹੁੰਦਾ। ਸੋ ਕਹਿੰਦੇ ਸੀ ਕਿ ਮੈਂ ਇਹ ਦੱਸਣਾ ਚਾਹੁੰਦਾ ਕਿ ਜੇ ਤੇਰੇ ਵਰਗੇ ਜਿਹਨੂੰ ਤੂੰ ਕਹਿੰਦਾ ਕਿ ਕੁਛ ਨਹੀਂ ਆਉਂਦਾ, ਛੋਟਾ ਉਸ ਵੇਲੇ ਬੱਚਾ ਸੀ, ਮੈਂ ਟੀਨਏਜਰ ਸੀਗਾ, 19.5 ਸਾਲਾਂ ਦਾ ਹੋਣਾ, ਤੇ ਮੈਂ ਕਹਿੰਦੇ ਕਿ ਇਹ ਉਹਨਾਂ ਦੇ ਮਨ 'ਚੋਂ ਭੁਲੇਖਾ ਕੱਢਣਾ ਚਾਹੁੰਦਾ ਕਿ ਤੁਸੀਂ ਆਪਣੀ ਸਿਆਣਪ ਨਾਲ ਕੰਮ ਨਹੀਂ ਕਰਦੇ, ਇਹ ਰੱਬ ਕਰਵਾਉਂਦਾ, ਇਹ ਅਸੀਂ ਕਰਵਾਉਂਦੇ ਹਾਂ। ਠੀਕ ਹੈ, ਅਸੀਂ ਚਾਹੀਏ ਤੇ ਗਧੇ ਕੋਲੋਂ ਵੀ ਕੰਮ ਕਰਵਾ ਸਕਦੇ। ਸੋ ਇਹੋ ਜਿਹੇ ਸਵਾਲ ਮੈਂ ਕਰਦਾ ਰਹਿੰਦਾ ਸੀ। ਜਦੋਂ ਮੈਨੂੰ ਮਹਾਰਾਜ ਜੀ ਨੇ ਆਪਣੇ ਕੋਲ ਲਿਆਂਦਾ, ਆਪਣੇ ਨਾਲ ਰਹਿਣ ਦਾ ਮੌਕਾ ਬਖਸ਼ਿਆ, ਤੇ ਮੇਰੇ ਹਮੇਸ਼ਾ ਮਨ 'ਚ ਇਹ ਰਹਿੰਦੀ ਸੀ ਕਿ ਮਹਾਰਾਜ ਜੀ ਜਦੋਂ ਸਤਸੰਗ ਕਰਦੇ ਆ ਤੇ ਇਹਨਾਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਸਫਾ ਨੰਬਰ ਇੰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਆਹ ਲਿਖਿਆ, ਕੁਰਾਨ 'ਚ ਇਹ ਲਿਖਿਆ, ਗੀਤਾ 'ਚ ਇਹ ਲਿਖਿਆ। ਇਹ ਜ਼ਰੂਰ ਪੜ੍ਹਦੇ ਹੋਣਗੇ ਕਿ ਮਹਾਰਾਜ ਜੀ ਨੇ ਸਕੂਲੇ ਤੇ ਇਹ ਚੀਜ਼ਾਂ ਸਿੱਖੀਆਂ ਨਹੀਂ, ਕਿ ਸਕੂਲੇ ਨਾ ਪੜ੍ਹਾਈਆਂ ਜਾਂਦੀਆਂ, ਤੇ ਮਹਾਰਾਜ ਜੀ ਰਾਤ ਨੂੰ ਜ਼ਰੂਰ ਇਹ ਬੁੱਕਾਂ ਪੜ੍ਹਦੇ ਹੁੰਦੇ। ਜਿਸ ਤਰ੍ਹਾਂ ਬਹੁਤ ਸਾਰੇ ਆਪਣੇ ਜੱਗੀ ਜੀ ਸੇਵਕ ਮਿਸ਼ਨ 'ਚ ਵੀ ਹੈਗੇ ਆ
ਕਿ ਜਿਨ੍ਹਾਂ ਨੇ ਸਾਰੇ ਵੇਦ, ਕੁਰਾਨ, ਗੁਰੂ ਗ੍ਰੰਥ ਸਾਹਿਬ ਜੀ, ਗੀਤਾ ਸਾਰੇ ਪੜ੍ਹੇ। ਪਰ ਮਹਾਰਾਜ ਜੀ ਕਹਿੰਦੇ ਸੀ ਕਿ ਜਦੋਂ ਤੁਸੀਂ ਆਪਣੇ ਗੁਰੂ ਦੇ ਲੜ ਲੱਗ ਗਏ, ਗੁਰੂ ਨੇ ਜੋ ਤੁਹਾਨੂੰ ਦਿੱਤਾ ਉਹੋ ਹੀ ਤੁਸੀਂ ਪੜ੍ਹ ਲਓ, ਉਹੀ ਸਭ ਕੁਛ ਹੈਗਾ। ਇਹ ਕਿਤਾਬਾਂ ਪੜ੍ਹਨ ਨਾਲ ਤੁਹਾਨੂੰ ਗਿਆਨ ਨਹੀਂ ਆ ਸਕਦਾ। ਸੋ ਮੇਰੇ ਦਿਮਾਗ 'ਚ ਇਹ ਹਮੇਸ਼ਾ ਹੁੰਦਾ ਸੀ ਕਿ ਮਹਾਰਾਜ ਜੀ ਨੇ ਪੜ੍ਹਿਆ, ਇਸ ਕਰਕੇ ਮਹਾਰਾਜ ਜੀ ਹਰ ਇੱਕ ਭਗਤ ਦੀ ਬਾਣੀ ਦੱਸ ਦਿੰਦੇ ਨੇ। ਜਦੋਂ ਮਹਾਰਾਜ ਜੀ ਦੇ ਰੂਮ 'ਚ ਬੈਠਣ ਦਾ ਮੌਕਾ ਮਿਲਦਾ ਹੁੰਦਾ ਸੀਗਾ ਤੇ ਮੈਂ ਸੋਣਾ ਨਹੀਂ, ਵੇਟ ਕਰਦੇ ਰਹਿਣਾ ਕਿ ਜਦੋਂ ਮਹਾਰਾਜ ਜੀ ਸੌਣ। ਤੇ ਮੈਨੂੰ ਹੁੰਦਾ ਸੀ ਕਿ ਸ਼ਾਇਦ ਜਦੋਂ ਸਾਰੇ ਚਲ ਜਾਣਗੇ ਤੇ ਮਹਾਰਾਜ ਜੀ ਕਿਤਾਬ ਕੱਢ ਕੇ ਕੁਛ ਨਾ ਕੁਛ ਸਾਖੀਆਂ ਪੜ੍ਹਦੇ ਹੋਣਗੇ। ਇਹ ਜਾਣੀ ਜਾਣ ਮਹਾਰਾਜ ਜੀ ਉਹਨਾਂ ਨੂੰ ਪਤਾ ਸੀਗਾ। ਤੇ ਉਹਨਾਂ ਨੇ ਇੱਕ ਦਿਨ ਮੈਂ ਬੈਠਾ ਤੇ ਮੈਨੂੰ ਕਹਿੰਦੇ ਸੌਂ ਜਾ। ਮੈਂ ਕਿਹਾ ਨਹੀਂ ਮਹਾਰਾਜ ਜੀ ਸੌਂ ਜਾਣਾ, ਕੋਈ ਨਹੀਂ ਥੋੜੀ ਦੇਰ। ਫਿਰ ਕਹਿੰਦੇ ਜਾਓ ਸੌਂ, ਹਮਨੇ ਵੀ ਸੋਣਾ ਹੈ। ਫਿਰ ਮਹਾਰਾਜ ਜੀ ਕਹਿੰਦੇ ਕਿ ਟੇਕਾ ਵਾਹੀ ਦਿਆ, ਤੂੰ ਇਹ ਸੋਚਦਾ ਕਿ ਮੈਂ ਹੁਣ ਤੇਰੇ ਜਾਣ ਤੋਂ ਬਾਅਦ ਇਹ ਸਾਕੀ ਪੜਾਂਗਾ ਕੋਈ, ਜਾਂ ਮੈਂ ਕੋਈ ਰਿਲੀਜ਼ ਬੁੱਕ ਪੜਾਂਗਾ ਜਿੱਥੋਂ ਮੈਨੂੰ ਗਿਆਨ ਮਿਲਦਾ। ਉਹ ਕਹਿੰਦੇ ਪੁੱਤਰ ਇਹ ਗਿਆਨ ਰੱਬ ਦਾ, ਓਕੇ, ਇਹ ਤੇਰੇ ਮਨ ਦਾ ਭੁਲੇਖਾ। ਇਹ ਜੋ ਉਹ ਕਹਿੰਦਾ ਉਹ ਮੈਂ ਕਰਦਾ। ਜਦੋਂ ਅਸੀਂ ਜੋ ਬੋਲਦੇ ਹਾਂ ਸਤਸੰਗ ਜਿਹਨੂੰ ਕਹਿੰਦੇ ਰੂਹਾਨੀ ਸਤਸੰਗ, ਇਹ ਉੱਤੋਂ ਆਉਂਦਾ, ਇਹ ਇਲਾਹੀ ਆਉਂਦਾ। ਇਹ ਲਿਖਣਾ ਪੜ੍ਹਨਾ ਨਹੀਂ ਪੈਂਦਾ, ਇਹ ਸੋਚਣਾ ਨਹੀਂ ਪੜ੍ਹਨਾ ਪੈਂਦਾ। ਚਲੋ ਮਨ ਚੋਂ ਇਹ ਵੀ ਭਰਮ ਨਿਕਲਿਆ। ਪਰ ਫਿਰ ਵੀ ਮੈਂ ਕੀ ਕਰਦਾ ਹੁੰਦਾ ਸੀਗਾ ਕਿ ਜਦੋਂ ਰੂਮ 'ਚ ਬਹਿਣਾ, ਮਨ 'ਚੋਂ ਸ਼ੈਤਾਨੀ ਨਹੀਂ ਜਾਂਦੀ ਸੀ। ਕਈ ਵਾਰੀ ਰੂਮ 'ਚ ਬੈਠੇ ਬੈਠੇ ਲੰਮੇ ਪੈ ਜਾਣਾ ਤਾਂ ਕਿ ਮੈਂ ਬੈੱਡ ਦੇ ਥੱਲੇ ਦੇਖ ਸਕਾਂ ਕਿ ਉੱਥੇ ਕਿਤੇ ਕਿਤਾਬਾਂ ਪਈਆਂ ਹੋਣ ਜਾਂ ਕਿਤੇ ਵਾਰਡਰੋਬ 'ਚ ਪਈ ਹੋਵੇ। ਮਨ 'ਚ ਇਹੋ ਰਹਿੰਦਾ ਸੀਗਾ ਤੇ ਭੁਲੇਖਾ ਸੀਗਾ, ਐਨੀ ਵੀ ਬੱਚੇ ਸੀ। ਇਹਨਾਂ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਮਹਾਰਾਜ ਜੀ ਨੇ ਕੋਈ ਕੁੱਤ ਖੇਡਿਆ। ਇੱਕ ਦਿਨ ਮਹਾਰਾਜ ਜੀ ਕਹਿੰਦੇ ਜਾਣ ਲੱਗੇ ਸੀ, ਕਹਿੰਦੇ ਚੱਲ ਲੱਤਾਂ ਘੁੱਟ। ਮਹਾਰਾਜ ਜੀ ਲੰਮੇ ਪੈ ਗਏ ਤੇ ਆਪਣੇ ਬੈੱਡ ਤੇ ਮੈਂ ਲੱਤਾਂ ਘੁੱਟਣ ਲੱਗ ਪਿਆ। ਮੈਂ ਲੱਤਾਂ ਘੁੱਟਣ ਲੱਗ ਪਿਆ ਤੇ ਲੱਤਾਂ ਘੁੱਟਦਿਆਂ ਥੋੜਾ ਥੱਕ ਵੀ ਗਿਆ। ਮਹਾਰਾਜ ਜੀ ਆਪਣਾ ਸਿੱਧੇ ਹੋ ਗਏ, ਸਿੱਧੇ ਹੋ ਕੇ ਲੰਮੇ ਪੈ ਗਏ। ਮੈਂ ਲੱਤਾਂ ਘੁੱਟਦਾ ਰਿਹਾ। ਇੰਨੀ ਦੇਰ ਨੂੰ ਕੀ ਦੇਖਦਾ ਪਿਆ ਕਿ ਮਹਾਰਾਜ ਜੀ ਸਿੱਧੇ ਲੰਮੇ ਪਏ ਸੀਗੇ। ਮਹਾਰਾਜ ਜੀ ਉੱਠੇ ਹੈ, ਜਿਸ ਤਰ੍ਹਾਂ ਫਿਲਮਾਂ 'ਚ ਦਿਖਾਉਂਦੇ ਆ ਕਿ ਰੂਹ। ਮਹਾਰਾਜ ਜੀ ਉੱਠੇ ਹੈ, ਮੇਰੇ ਵੱਲ ਦੇਖ ਰਹੇ ਆ ਤੇ ਹੱਸੇ ਆ ਤੇ ਉੱਠ ਕੇ ਬੈੱਡ ਤੋਂ ਸਾਹਮਣੇ ਵਿੰਡੋ ਸੀ ਮਹਾਰਾਜ ਦੇ ਬੈੱਡ ਤੇ ਆਪੋਜਿਟ, ਉਸ ਵਿੰਡੋ ਥਾਣੀ ਮਹਾਰਾਜ ਜੀ ਬਾਹਰ ਨਿਕਲ ਗਏ। ਉਸ ਤੋਂ ਬਾਅਦ ਕੀ ਹੋਇਆ ਮੈਨੂੰ ਕੁਛ ਨਹੀਂ ਪਤਾ। ਉਸ ਤੋਂ ਬਾਅਦ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮਹਾਰਾਜ ਜੀ ਨੇ ਮੈਨੂੰ ਹੱਥ ਮਾਰਿਆ। ਕਹਿੰਦੇ ਥੱਕ ਗਿਆ, ਕਹਿੰਦੇ ਨਹੁੰ ਕਿਉਂ ਮਾਰਦਾ ਪਿਆ। ਕਿ ਮੈਂ ਘੁੱਟਦਾ ਜਾਂ ਉਹਨਾਂ ਨੂੰ ਜ਼ਿਆਦਾ ਦਬਾਉਣ ਲੱਗ ਪਿਆ ਸੀ ਜਾਂ ਉਹਨਾਂ ਨੂੰ ਚੁੱਭਣ ਹੁੰਦੀ ਸੀ ਮੇਰੇ ਉਂਗਲਾਂ ਤੋਂ, ਤੇ ਮੈਨੂੰ ਚਪੇੜ ਮਾਰੀ। ਕਹਿੰਦੇ ਨਹੁੰ ਕਿਉਂ ਮਾਰਦਾ ਪਿਆ, ਥੱਕ ਗਿਆ ਹੁਣ, ਤੂੰ ਜਾ ਕੇ ਸੌਂ ਜਾ। ਮੈਨੂੰ ਇੱਕਦਮ ਆਇਆ, ਮੈਂ ਕਿਹਾ ਉਹ ਜਿਹੜਾ ਦੇਖਿਆ ਸੀ ਮਹਾਰਾਜ ਜੀ ਬਾਹਰ ਗਏ ਸੀ, ਇਹ ਇੱਥੇ ਕਿੱਦਾਂ। ਤੇ ਮੈਂ ਮਹਾਰਾਜ ਜੀ ਨੂੰ ਪੁੱਛਣ ਲੱਗਾ ਫਿਰ ਮਹਾਰਾਜ ਜੀ ਉਹ ਕਹਿੰਦੇ ਕੀ। ਮੈਂ ਜੀ ਉਹ ਕਹਿੰਦੇ ਬਸ ਟੇਕੇ ਵਾਈ ਦੀ ਆ, ਇਹੋ ਹੀ ਤੈਨੂੰ ਦਿਖਾਉਣਾ ਸੀ ਕਿ ਤੂੰ ਜੋ ਗੱਲਾਂ ਸੋਚਦਾ ਨਾ, ਤੇਰੇ ਦਿਮਾਗ 'ਚ ਜੋ ਭਰਮ ਹੈ ਉਹਨੂੰ ਦੂਰ ਕਰਨਾ ਸੀ। ਚਲੋ ਮੱਥਾ ਟੇਕਿਆ, ਮੈਂ ਚਲੇ ਗਿਆ ਸੌਣ ਵਾਸਤੇ। ਮਨ 'ਚ ਫਿਰ ਕੁਛ ਡਾਊਟ ਜਿਹਾ ਰਿਹਾ ਕਿ ਇਹ ਹੋਇਆ ਕੀ। ਇਸ ਤਰ੍ਹਾਂ ਇੱਕ ਦੂਸਰੇ ਦਿਨ ਜੋ ਬੈਠੇ ਸੀ ਤੇ ਬੈਠਿਆਂ ਫਿਰ ਮਹਾਰਾਜ ਜੀ ਨੇ ਉਹ ਚੀਜ਼ ਸ਼ੁਰੂ ਕਰਦੇ ਫਿਰ ਕਹਿਤਾ ਵਿੱਚ, ਕਹਿੰਦੇ ਕਿ ਤੁਸੀਂ ਇਹ ਸੋਚਦੇ ਹੋ ਕਿ ਮਹਾਰਾਜ ਜੀ ਇੱਥੇ ਹੁੰਦੇ ਆ ਤੇ ਕੰਮ ਕਿੱਦਾਂ ਕਰਦੇ ਆ। ਮਹਾਰਾਜ ਜੀ ਇੱਥੇ ਆ ਤੇ ਲੋਕੀ ਕਹਿੰਦੇ ਆ ਕਿ ਘਰ ਮਹਾਰਾਜ ਜੀ ਇੱਥੇ ਵੀ ਮੇਰੇ ਕੋਲ ਸੀ। ਇਹਦਾ ਵਿਖਿਆਨ ਇਹ ਸੀਗਾ ਕਿ ਇੱਕ ਵਾਰੀ ਦੀ ਗੱਲ ਸੀ, ਇੱਕ ਮਾਤਾ ਸਤਸੰਗ ਦੇ ਵਿੱਚ ਆਈ, ਸਤਸੰਗ ਸੁਣਿਆ ਤੇ ਘੜੀ ਮੁੜੀ ਕਾਲੀ ਜੀ ਪਈ ਸੀ ਉੱਠ ਕੇ ਨਾ ਜਾਣ ਦੀ, ਕਾਲੀ ਜੀ ਪਈ ਸੀ ਉੱਠ ਕੇ ਜਾਣ ਦੀ। ਮਹਾਰਾਜ ਜੀ ਦੇਖਦੇ ਹੋਣੇ ਆ, ਮੈਂ ਨਾਲ ਡਿਊਟੀ ਤੇ ਖੜਾ ਸੀਗਾ। ਜਦੋਂ ਪ੍ਰਸ਼ਾਦ ਦੀ ਵਾਰੀ ਆਈ ਤੇ ਉਹ ਮਾਤਾ ਮਤਲਬ ਕਿ ਲਾਈਨ ਪਾਰ ਕਰਨ ਨੂੰ ਜਾਂ ਅਗਲੇ ਬੰਦੇ ਨੂੰ ਪਾਰ ਕਰਕੇ ਨਾ ਪ੍ਰਸ਼ਾਦ ਲੈ ਕੇ, ਕਿ ਜਲਦੀ ਸੀ ਕਿ ਮੈਂ ਪ੍ਰਸ਼ਾਦ ਲਵਾਂ ਤੇ ਮੈਂ ਚਲ ਜਾਵਾਂ। ਜਦੋਂ ਉਹਦੀ ਵਾਰੀ ਆਈ ਤੇ ਮਹਾਰਾਜ ਜੀ ਨੇ ਕਿਹਾ ਮਾਤਾ ਇੰਨੀ ਜਲਦੀ ਲੱਗੀ ਹੋਈ ਹੈ ਘਰ ਜਾਣ ਦੀ।
ਕਹਿੰਦੀ ਮਹਾਰਾਜ ਜੀ ਘਰ ਬੱਚੇ, ਕਹਿੰਦੇ ਬੀਬਾ ਬੱਚਿਆਂ ਕੋਲ ਤਾਂ ਸਾਨੂੰ ਬਿਠਾ ਆਈ ਤੇ ਅਜੇ ਵੀ ਕਹਿੰਦੀ ਜਾਂਦੀ ਪਈ ਹੈ। ਮੈਨੂੰ ਵੀ ਕੁਝ ਸਮਝ ਨਹੀਂ ਲੱਗੀ। ਕਹਿੰਦੇ ਅਸੀਂ ਉੱਥੇ ਤੇਰੀ ਡਿਊਟੀ ਕਰਦੇ ਪਏ ਹਾਂ, ਤੂੰ ਚਿੰਤਾ ਨਾ ਕਰ, ਤੇਰੇ ਬੱਚੇ ਠੀਕ ਆ। ਚਲੋ ਮਾਤਾ ਚਲੀ ਗਈ। ਜਦੋਂ ਡਿਊਟੀ ਕਰਕੇ ਅੰਦਰ ਘਰ ਜਿੱਥੇ ਰਹਿੰਦੇ ਸੀਗੇ ਮਹਾਰਾਜ ਦੇ ਨਾਲ, ਉੱਥੇ ਪਹੁੰਚੇ ਤੇ ਸ਼ਾਮ ਨੂੰ ਬੈਠੇ ਸੀ ਤੇ ਮੇਰੇ ਮਨ 'ਚ ਫੇਰ ਉਹ ਸਵਾਲ ਸੀ ਤੇ ਮੈਂ ਮਹਾਰਾਜ ਜੀ ਵੱਲ ਦੇਖਿਆ ਤੇ ਮੈਂ ਕਿਹਾ ਮਹਾਰਾਜ ਜੀ ਉਹ ਮਾਤਾ, ਕਹਿੰਦੇ ਹਾਂ, ਕਹਿੰਦੇ ਉਹ ਮਾਤਾ ਕਹਿੰਦੀ ਮੈਂ ਸਤਸੰਗ ਸੁਣਨਾ ਤੇ ਉਹਦੇ ਬੱਚੇ ਸੀ, ਸਕੂਲੋਂ ਆਏ ਸੀ, ਛੋਟੇ ਛੋਟੇ ਬੱਚੇ ਸੀ, ਘਰ ਹੋਰ ਕੋਈ ਨਹੀਂ ਸੀ ਤੇ ਕਹਿੰਦੀ ਸਤਸੰਗ ਵੀ ਸੁਣਨਾ ਹੈ ਤੇ ਬੱਚਿਆਂ ਨੂੰ ਨਹੀਂ ਲਿਜਾ ਸਕਦੀ, ਮੈਂ ਕਿੱਦਾਂ ਕਰਾਂ। ਤੇ ਕਹਿੰਦੇ ਉਹਨੇ ਸਾਡੀ ਫੋਟੋ, ਸਾਡਾ ਸਰੂਪ ਲਾ ਕੇ ਬੱਚਿਆਂ ਦੇ ਸਰਾਣੇ ਰੱਖਿਆ ਤੇ ਕਿਹਾ ਬਾਬਾ ਜੀ, ਮਹਾਰਾਜ ਜੀ, ਮੈਂ ਤੁਹਾਡੇ ਸਤਸੰਗ ਤੇ ਆਉਣ ਲੱਗੀ ਹਾਂ, ਤੁਸੀਂ ਇਹਨਾਂ ਦਾ ਖਿਆਲ ਰੱਖਿਓ, ਜਦ ਤੱਕ ਮੈਂ ਨਹੀਂ ਆਉਂਦੀ ਸੁੱਤੇ ਰਹਿਣ। ਤੇ ਕਹਿੰਦੇ ਉਹ ਕੁੰਡੀ ਲਾ ਕੇ ਚਲੀ ਗਈ। ਸੋ ਕਹਿੰਦੇ ਕੁੰਡੀ ਲਾ ਕੇ ਸਤਸੰਗ ਸੁਣਨ ਆਈ ਸੀ, ਉਹਨੂੰ ਇਹ ਸੀ ਮੇਰੇ ਬੱਚੇ ਉੱਠ ਨਾ ਜਾਣ। ਸੋ ਇਹ ਦੇਖੋ ਕਿ ਜਾਨੀ ਜਾਨ, ਜਿੱਦਾਂ ਮੈਂ ਕਹਿੰਦਾ ਸੀ, ਸੋਚਦਾ ਸੀ ਕਿ ਮਹਾਰਾਜ ਜੀ ਇੱਥੇ ਬੈਠੇ ਆ, ਮਹਾਰਾਜ ਜੀ ਉੱਥੇ ਕਿੱਦਾਂ ਜਾ ਸਕਦੇ ਆ। ਜੇ ਮਹਾਰਾਜ ਜੀ ਇੱਥੇ ਹੈ ਤਾਂ ਮਹਾਰਾਜ ਜੀ ਉਹਦੇ ਬੱਚਿਆਂ ਦਾ ਖਿਆਲ ਕਿੱਦਾਂ ਰੱਖ ਰਹੇ ਸੀ। ਇਹ ਚੀਜ਼ ਮਹਾਰਾਜ ਜੀ ਨੇ ਮੈਨੂੰ ਉਸ ਦਿਨ ਆਪਣੇ ਰੂਮ 'ਚ ਦਿਖਾਈ ਕਿ ਮਹਾਰਾਜ ਜੀ ਬੈੱਡ ਤੇ ਲੰਮੇ ਪਏ ਆ, ਮੈਂ ਉਹਨਾਂ ਦੀਆਂ ਲੱਤਾਂ ਕੁੱਟ ਰਿਹਾ ਤੇ ਮਹਾਰਾਜ ਜੀ ਉੱਥੋਂ ਨਿਕਲ ਕੇ ਉੱਠ ਕੇ ਚਲੇ ਗਏ। ਬਾਅਦ 'ਚ ਫਿਰ ਮਹਾਰਾਜ ਜੀ ਉੱਥੇ ਹੈ। ਸੋ ਇਹ ਹੈਗਾ, ਇਹ ਹੈ ਸਾਡਾ ਦਾਤਾ ਦਰਸ਼ਨ ਦਾਸ। ਸਾਨੂੰ ਭੁਲੇਖੇ ਹੈਗੇ ਨੇ, ਅਸੀਂ ਡੋਲ ਜਾਂਦੇ ਹਾਂ, ਅਸੀਂ ਕਹਿੰਦੇ ਵੀ ਹਾਂ, ਪਰ ਉਹਨੂੰ ਪਤਾ ਹੈ ਕਿ ਉਹਨੇ ਕੀ ਦੇਣਾ ਤੇ ਕਿੱਥੇ ਅਸੀਂ ਪੁਕਾਰਿਆ। ਪਰ ਉਹ ਕਹਿੰਦੇ ਸੀ ਸ਼ਰਤ ਹੈ ਕਿ ਤੁਸੀਂ ਮੈਨੂੰ ਆਪਣੇ ਦਿਲੋਂ ਹੋ ਕੇ ਅਰਦਾਸ ਕਰੋ, ਦਿਲੋਂ ਹੋ ਕੇ ਬੁਲਾਓ, ਮੈਂ ਉੱਥੇ ਹਾਜ਼ਰ ਹੋਵਾਂਗਾ। ਸੋ ਮਾਤਾ ਨੇ ਮਹਾਰਾਜ ਜੀ ਨੂੰ ਕਿਹਾ ਤੇ ਮਹਾਰਾਜ ਜੀ ਦੇਖ ਲਓ ਉਹਦੀ ਡਿਊਟੀ ਕਰਦੇ ਪਏ ਉੱਥੇ ਘਰ, ਤੇ ਇੱਧਰ ਮਾਤਾ ਸਤਸੰਗ ਸੁਣਦੀ ਪਈ ਹੈ। ਫਿਰ ਵੀ ਮਾਤਾ ਨੂੰ ਚੈਨ ਨਹੀਂ ਕਿ ਵੀ ਉਹ ਕੰਮ ਪੂਰਾ ਹੋਇਆ ਹੋਏਗਾ ਜਾਂ ਨਹੀਂ। ਸੋ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਰਾਹੀਂ ਦੱਸਦਾ ਕਿ ਮਹਾਰਾਜ ਜੀ ਨੂੰ ਸਭ ਕੁਝ ਪਤਾ ਹੈਗਾ। ਜਦੋਂ ਅਸੀਂ ਸੱਚੇ ਦਿਲ ਤੋਂ ਕਹਿੰਦੇ ਹਾਂ, ਜਦੋਂ ਅਸੀਂ ਸੋਚਦੇ ਹੀ ਹਾਂ ਤੇ ਉਹਨੂੰ ਪਤਾ ਲੱਗ ਜਾਂਦਾ। ਸੋ ਜੇ ਚੰਗੀ ਸੋਚ ਦਾ ਪਤਾ ਲੱਗਦਾ ਤੇ ਜਦੋਂ ਅਸੀਂ ਮਾੜੀਆਂ ਸੋਚਾਂ ਵੀ ਸੋਚਦੇ ਹਾਂ, ਇੱਕ ਦੂਜੇ ਦੇ ਪ੍ਰਤੀ ਨਫ਼ਰਤ ਦੀਆਂ, ਇੱਕ ਦੂਜੇ ਦੇ ਪ੍ਰਤੀ ਗੁੱਸੇ ਦੀਆਂ, ਜਾਂ ਕੀ ਕਹਿੰਦੇ ਕਿਸੇ ਦਾ ਮਾੜਾ ਕਰਨ ਵਾਸਤੇ, ਤੇ ਉਹ ਵੀ ਉਹਨੂੰ ਪਤਾ ਲੱਗਦਾ। ਮੇਰੀ ਇਹੋ ਹੀ ਬੇਨਤੀ ਹੈ, ਮੈਂ ਵੀ ਪਾਪਾਂ ਦਾ ਭਰਿਆ ਹੋਇਆ, ਮੈਂ ਵੀ ਗਲਤੀਆਂ ਕਰਦਾ, ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਗਲਤੀਆਂ ਕਰੀਏ ਜਾਂ ਤੁਸੀਂ ਗਲਤੀਆਂ ਕਰੋ। ਉਹਨੂੰ ਸਭ ਕੁਝ ਪਤਾ ਹੈ। ਜੇ ਉਹ ਮਾਈ ਦੀ ਅਰਦਾਸ ਕੀਤੀ ਹੋਈ ਘਰ ਸੁਣ ਸਕਦਾ ਤੇ ਸਾਡੀਆਂ ਜਦੋਂ ਮਾੜੀਆਂ ਜਿਹੜੇ ਅਸੀਂ ਇੱਕ ਦੂਜੇ ਦੇ ਪ੍ਰਤੀ ਸੋਚਦੇ ਹਾਂ, ਨਫ਼ਰਤ ਕਰਦੇ ਹਾਂ, ਤੇ ਉਹਨੂੰ ਵੀ ਪਤਾ। ਤੇ ਇਹ ਦੋ ਭਾਂਡੇ ਨੇ, ਇੱਕ ਚੰਗੇ ਦਾ, ਇੱਕ ਬੁਰੇ ਦਾ। ਸੋ ਅਸੀਂ ਆਪਣਾ ਟਾਈਮ ਨਾ ਖਰਾਬ ਕਰੀਏ, ਅਸੀਂ ਬੁਰਾ ਨਾ ਕਰੀਏ। ਸਾਡਾ ਜਿਹੜਾ ਮਾਲਕ ਜਿਹਦੇ ਨਾਲ ਅਸੀਂ ਲੱਗੇ ਹਾਂ, ਉਹਨੂੰ ਸਭ ਕੁਝ ਪਤਾ, ਉਹ ਸਭ ਕੁਝ ਜਾਣਦਾ। ਮੈਂ ਸਤਸੰਗ ਨਹੀਂ ਕਰ ਰਿਹਾ ਕਿ ਮੈਂ ਪ੍ਰੀਚਰ ਹੈਗਾ ਜਾਂ ਮੈਂ ਕੋਈ ਸੰਤ ਹਾਂ। ਮੈਂ ਇੱਕ ਮਹਾਰਾਜ ਜੀ ਦਾ ਛੋਟਾ ਜਿਹਾ ਸੇਵਕ ਹਾਂ। ਮੈਂ ਨਹੀਂ ਚਾਹੁੰਦਾ ਕਿ ਅਸੀਂ ਗਲਤੀਆਂ ਕਰੀਏ। ਅਸੀਂ ਅੱਗੇ ਹੀ ਪਤਾ ਨਹੀਂ ਕਿੰਨੇ ਜਨਮ ਕੀ ਕਹਿੰਦੇ ਰੁੱਲ ਕੇ ਇਹ ਦਾਤੇ ਦੇ ਲੜ ਲੱਗੇ ਆ। ਮੈਂ ਇੱਕ ਹੋਰ ਤੁਹਾਨੂੰ ਛੋਟੀ ਜਿਹੀ ਇੱਥੇ ਉਦਾਹਰਨ ਦੇਣਾ, ਸ਼ਾਇਦ ਪਹਿਲੋਂ ਵੀ ਕਦੀ ਇਹ ਤੁਸੀਂ ਸੁਣੀ ਹੋਵੇਗੀ ਕਿ ਜਦੋਂ ਇੰਡੀਆ ਹੁੰਦੇ ਸੀ ਤੇ ਮੈਂ ਮਹਾਰਾਜ ਦੇ ਨਾਲ ਡਿਊਟੀ ਕਰਦਾ ਹੁੰਦਾ ਸੀ ਉੱਥੇ ਖਲੋ ਕੇ। ਤੇ ਜਦੋਂ ਡਿਊਟੀ ਕਰ ਰਿਹਾ ਸੀ ਤੇ ਮੈਂ ਦੇਖਿਆ ਇੱਕ ਹੋਰ ਮਾਤਾ ਸੇਮ ਹੀ ਨਾ, ਉਹ ਜਦੋਂ ਉਹਦਾ ਮੱਥਾ ਟੇਕਣ ਦਾ ਚਾਂਸ ਬਣਦਾ ਸੀਗਾ ਤੇ ਨੰਬਰ ਆਂਦਾ ਸੀਗਾ, ਥੋੜੇ ਜਿਹੇ ਰਹਿ ਜਾਂਦੇ, ਉਹ ਫਿਰ ਪਿੱਛੇ ਚਲ ਜਾਂਦੀ ਸੀ। ਉਹ ਉੱਥੋਂ ਨਿਕਲ ਕੇ ਫਿਰ ਪਿੱਛੇ ਚਲੇ ਜਾਂਦੀ ਸੀ। ਮਹਾਰਾਜ ਜੀ ਵੀ ਦੇਖ ਰਹੀ ਸੀ ਉੱਧਰ, ਮੇਰਾ ਵੀ ਧਿਆਨ ਉੱਧਰ ਸੀ ਕਿ ਮਾਤਾ ਦਾ ਨੰਬਰ ਆ ਰਿਹਾ, ਇਹ ਫਿਰ ਦੂਸਰਿਆਂ ਨੂੰ ਅੱਗੇ ਕਰੀ ਜਾਂਦੀ ਹੈ, ਦੂਸਰਿਆਂ ਨੂੰ ਅੱਗੇ ਕਰੀ ਜਾਂਦੀ ਹੈ। ਆਖਿਰ ਮਾਤਾ ਦੀ ਵਾਰੀ ਆ ਗਈ। ਜਦੋਂ ਮੱਥਾ ਟੇਕਣ ਲੱਗੀ ਤੇ ਮਹਾਰਾਜ ਨੇ ਕਿਹਾ ਮਾਤਾ ਲਿਆ, ਸਾਨੂੰ ਦੇ ਦੇ। ਮਹਾਰਾਜ ਜੀ ਨੇ ਉਹਨੂੰ ਗੋਲਕ 'ਚ ਨਹੀਂ ਪੈਸੇ ਪਾਉਣ ਦਿੱਤੇ, ਆਪਣਾ ਹੱਥ ਕੀਤਾ ਤੇ ਹੱਥ 'ਚ ਹੀ ਫੜ ਲਏ, ਉਹ ਜੇਬ 'ਚ ਪਾ ਲਏ। ਮਾਤਾ ਨੇ ਪ੍ਰਸ਼ਾਦ ਲਿਆ,
मतलब कि बड़ी निम्मो झाड़ी हुई सीगी, मतलब डरी हुई, प्रसाद लिया ते चली गई। ਜਦੋਂ सत्संग खत्म हो गया, ਅਸੀਂ ਅੰਦਰ ਸ਼ਾਮ ਨੂੰ ਬੈਠੇ ਹੋਏ ਸੀਗੇ ਤੇ ਉਹ ਪੈਸੇ ਮਹਾਰਾਜ ਜੀ ਨੇ ਇੱਕ ਸੇਵਕ ਨੂੰ ਕਿਹਾ, ਜਾ ਇਹਦੀ ਮੂੰਗਫਲੀ ਲੈ ਕੇ ਆ। ਜਦੋਂ ਉਹ ਮੂੰਗਫਲੀ ਆ ਗਈ ਤੇ ਮਹਾਰਾਜ ਜੀ ਨੇ ਉਹ ਮੂੰਗਫਲੀ, ਛੋਟਾ ਜਿਹਾ ਲਿਫਾਫਾ ਸੀ, ਮਹਾਰਾਜ ਜੀ ਨੇ ਇਕੱਲੇ ਖਾਧੀ। ਜਦੋਂ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਜੀ ਕਦੀ ਵੀ ਇਦਾਂ ਨਹੀਂ ਕਰਦੇ ਸੀ, ਮਹਾਰਾਜ ਜੀ ਹਮੇਸ਼ਾ ਦੂਸਰੇ ਨੂੰ ਖਵਾ ਕੇ ਜਾਂ ਦੂਸਰੇ ਨੂੰ ਖਵਾ ਕੇ ਖੁਸ਼ ਹੁੰਦੇ ਸੀ ਜਾਂ ਦਿੰਦੇ ਸੀ, ਕਦੀ ਇਦਾਂ ਨਹੀਂ ਕਰਦੇ ਸੀ। ਜਦੋਂ ਮਹਾਰਾਜ ਨੂੰ ਪੁੱਛਿਆ ਗਿਆ ਤਾਂ ਫਿਰ ਮਹਾਰਾਜ ਜੀ ਨੇ ਦੱਸਿਆ, ਇਹ ਹੱਕ ਹਲਾਲ ਦੀ ਪਿਆਰ ਦੀ ਕਮਾਈ। ਕਹਿੰਦੇ ਉਹ ਜਿਹੜੀ ਮਾਤਾ, ਉਹ ਸਾਡਾ ਸਤਸੰਗ ਸੁਣਨ ਆਈ ਸੀਗੀ, ਕਹਿੰਦੇ ਉਹਨੇ ਸਤਸੰਗ ਸੁਣਨਾ ਸੀ, ਉਹਦੇ ਕੋਲ ਇਹੋ ਹੀ ਪੈਸੇ ਸੀ, ਸੋਚਦੀ ਜਾਂ ਮੈਂ ਬੱਸੇ ਜਾਵਾਂ ਤੇ ਜਾਂ ਮੈਂ ਇਹ ਉੱਥੇ ਭੇਟਾ ਪਾਵਾਂ। ਤੇ ਜਦੋਂ ਅੱਗੇ ਅਸੀਂ ਬੈਠੇ ਸੀ ਤੇ ਕੋਈ ਸਾਨੂੰ ਦੇਖ ਕੇ ਆਪਣਾ ਬਟੂਆ ਖਾਲੀ ਕਰ ਰਿਹਾ ਸੀ, ਜਿਹਨੇ 100 ਪਾਣਾ ਸੀ ਉਹ 200 ਪਾ ਰਿਹਾ ਸੀ। ਇੱਕ ਮਹਾਰਾਜ ਜੀ ਅੱਗੇ ਬੈਠੇ ਆ, ਮਹਾਰਾਜ ਜੀ ਦੇਖ ਰਹੇ ਆ ਤੇ ਉਹ ਮਾਈ ਕੋਲ ਥੋੜੇ ਜਿਹੇ ਪੈਸੇ ਸੀ, ਪਤਾ ਨਹੀਂ ₹1.25 ਜਾਂ ₹2.25। ਕਹਿੰਦੇ ਉਹਨੂੰ ਸ਼ਰਮ ਆ ਰਹੀ ਸੀ ਸਾਡੇ ਸਾਹਮਣੇ ਕਿ ਮੈਂ ਇਹ ਕਿਦਾਂ ਗੋਲਕ ਚ ਪਾਵਾਂ। ਤੇ ਕਹਿੰਦੇ ਉਹ ਪੈਦਲ ਆਈ ਸੀ ਸਤਸੰਗ ਸੁਣਨ ਕਿ ਇਹ ਪੈਸਿਆਂ ਦੀ ਸੇਵਾ ਪਾ ਸਕੇ। ਕਹਿੰਦੇ ਇਸ ਕਰਕੇ ਇਹ ਸਾਨੂੰ ਉਹਨਾਂ ਲੱਖਾਂ ਕਰੋੜਾਂ ਤੋਂ ਵੱਧ ਕੇ ਨੇ, ਜਿਹੜੇ ਇਹ ਹੱਕ ਹਲਾਲ ਦੀ ਕਮਾਈ ਹੈ, ਉਹਦੇ ਪਿਆਰ ਦੀ ਕਮਾਈ ਹੈ। ਇਸ ਕਰਕੇ ਮਹਾਰਾਜ ਜੀ ਨੇ ਉਹਦੀ ਮੂੰਗਫਲੀ ਮੰਗਾ ਕੇ ਇਕੱਲਿਆਂ ਹੀ ਖਾਧੀ। ਦੇਖ ਲਓ ਕਿਸ਼ਨ ਤੇ ਸਦਾਮਾ ਦੀ ਗੱਲ ਕਿ ਮਹਾਰਾਜ ਜੀ ਕਹਿੰਦੇ ਸੀ, ਸਾਨੂੰ ਤੁਹਾਡਾ ਪਿਆਰ ਚਾਹੀਦਾ, ਸਾਨੂੰ ਤੁਹਾਡੀ ਸ਼ਰਧਾ ਚਾਹੀਦੀ ਹੈ, ਵਿਸ਼ਵਾਸ ਚਾਹੀਦਾ, ਦਿਖਾਵਾ ਨਹੀਂ ਚਾਹੀਦਾ। ਜਿਹੜੇ ਬੰਦੇ ਦਿਖਾਵਿਆਂ 'ਚ ਪੈ ਜਾਂਦੇ ਆ, ਜੋ ਮਰਜ਼ੀ ਕਰੀ ਜਾਣ, ਕੁਛ ਕਬੂਲ ਨਹੀਂ ਹੋਣਾ, ਕੁਛ ਕਬੂਲ ਨਹੀਂ ਹੋਣਾ। ਜਦੋਂ ਤੁਸੀਂ ਦਿਖਾਵਾ ਕੀਤਾ, ਸਮਝੋ ਜਿਹੜੀ ਕੀਤੀ ਹੋਈ ਸੇਵਾ ਜਾਂ ਦਾਨ ਉਹ ਤੁਹਾਡਾ ਚਲੇ ਗਿਆ, ਵਿਅਰਥ ਹੋ ਗਿਆ। ਸ਼ਰਧਾ ਦੇ ਨਾਲ ਕਹਿੰਦੇ ਅਸੀਂ ਨਹੀਂ ਬੈਠੇ ਜਾਂ ਅਸੀਂ ਉੱਥੇ ਨਹੀਂ, ਤੁਸੀਂ ਪਾਤੇ ਆ, ਉਹ ਕਰੋੜਾਂ ਵਰਗੇ ਹੋ ਗਏ। ਸੋ ਇਸ ਲਈ ਅਸੀਂ ਇਹਨਾਂ ਭਰਮਾਂ ਭੁਲੇਖਿਆਂ ਚੋਂ ਨਿਕਲੀਏ, ਦੁਨੀਆ ਦੀਆਂ ਚੀਜ਼ਾਂ ਚੋਂ ਨਿਕਲੀਏ, ਇਹ ਦਿਖਾਵੇ ਤੋਂ ਨਿਕਲੀਏ। ਮਹਾਰਾਜ ਜੀ ਕਹਿੰਦੇ ਸੀ, ਮੋਢੇ ਨਾਲ ਮੋਢਾ, ਕੰਧੇ ਨਾਲ ਕੰਧਾ, ਬੰਦੇ ਨਾਲ ਬੰਦਾ। ਠੀਕ ਹੈ, ਇਹ ਤੁਹਾਨੂੰ ਮੈਂ ਸਿਖਾਉਂਦਾ, ਤੁਸੀਂ ਰਲ ਕੇ ਚੱਲੋ, ਇੱਕ ਦੂਜੇ ਦਾ ਸਹਾਰਾ ਬਣੋ। ਉਸ ਗਰੀਬ ਦੀ, ਉਸ ਆਦਮੀ ਦੀ ਮਦਦ ਕਰੋ ਜਿਹਦਾ ਕੋਈ ਨਹੀਂ ਇਸ ਦੁਨੀਆ 'ਚ। ਇਹ ਨਹੀਂ ਕੋਈ ਸਾਡੇ ਮਿਸ਼ਨ 'ਚ ਆਂਦਾ ਜਾਂ ਮਹਾਰਾਜ ਨੂੰ ਮੰਨਦਾ ਜਾਂ ਨਹੀਂ। ਤੇ ਫਿਰ ਅਸੀਂ ਤੇ ਜਿਹੜੇ ਮਹਾਰਾਜ ਨੂੰ ਮੰਨਦੇ ਆ, ਇਹ ਉਧਰ ਜਾਂਦਾ, ਇਹ ਇੱਧਰ ਜਾਂਦਾ, ਇਹ ਉਹਦੇ ਕੋਲ ਜਾਂਦਾ, ਇਹ ਉਹਦੇ ਕੋਲ ਜਾਂਦਾ। ਅਸੀਂ ਕਿਹਨੂੰ ਧੋਖਾ ਦੇ ਰਹੇ ਹਾਂ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਵੀ ਪਏ ਨੇ, ਕਿਤੇ ਵੀ ਹਰ ਸਿੱਖ ਦਾ ਉੱਥੇ ਸਿਰ ਝੁਕ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ। ਉਹ ਇਹ ਨਹੀਂ ਦੇਖਦੇ ਇਹ ਗੁਰਦੁਆਰਾ ਕਲਗੀਧਰ ਦਾ, ਇਹ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਹੈ, ਗੁਰਦੁਆਰਾ ਗੁਰੂ ਨਾਨਕ ਨਾਮ ਲੇਵਾ ਜਾਂ ਕੀ ਹੈ ਗੁਰਦੁਆਰਾ। ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਿਖਦਾ। ਤੇ ਕੀ ਸਾਨੂੰ ਜਿੱਥੇ ਮਹਾਰਾਜ ਦਰਸ਼ਨ ਦਾਸ ਦੀ ਫੋਟੋ ਪਈ ਹੈ, ਉੱਥੇ ਮੱਥਾ ਟੇਕਣ ਲੱਗਿਆ ਕਿਉਂ ਸ਼ਰਮ ਆਉਂਦੀ ਹੈ? ਕਿ ਉਹ ਕਿਸੇ ਦਾ ਹੈਗਾ, ਉਹ ਉਸ ਬਾਬਾ ਜੀ ਦਾ, ਉਹ ਉਸ ਬਾਬਾ ਜੀ ਦਾ। ਅਸੀਂ ਇਹ ਕਿਉਂ ਸੋਚਦੇ ਹਾਂ? ਮੰਨ ਲਿਆ ਮਹਾਰਾਜ ਜੀ ਨੇ ਕਿਹਾ ਕਿ ਆਹ ਚੀਜ਼ ਹੋਣੀ ਹੈ, ਠੀਕ ਹੈ, ਤੇ ਕੀ ਅਸੀਂ ਇਹ ਨਹੀਂ ਕਹਿ ਸਕਦੇ ਦਾਤਾ ਨਹੀਂ ਇਹ ਗਲਤ ਹੈ, ਨਹੀਂ ਹੋਣੀ ਚਾਹੀਦੀ ਦਾਤਾ? ਜੇ ਪਿੱਛੇ ਹੁੰਦਿਆਂ ਆਇਆ ਤਾਂ ਹੁਣ ਨਹੀਂ ਹੋਣਾ ਚਾਹੀਦਾ। ਅਸੀਂ ਕਹਿੰਦੇ ਮਹਾਰਾਜ ਦੀ ਰਜ਼ਾ, ਮਹਾਰਾਜ ਨੇ ਕਹਿਤਾ, ਦੈਟਸ ਇਟ, ਮਹਾਰਾਜ ਨੇ ਕਹਿਤਾ ਤੇਰਾ ਨੁਕਸਾਨ ਹੋਣਾ, ਜਾਂ ਮਹਾਰਾਜ ਨੇ ਕਹਿਤਾ ਤੂੰ ਕੰਮ ਨਹੀਂ ਕਰੇਗਾ ਮਿਸ਼ਨ 'ਚ, ਮਹਾਰਾਜ ਨੇ ਕਹਿਤਾ ਤੂੰ ਇਦਾਂ ਦਾ। ਜਦੋਂ ਮਹਾਰਾਜ ਜੀ ਦੇ ਦਰਬਾਰ ਤੇ ਕੋਈ ਸੇਵਕ ਆਉਂਦੇ ਨੇ ਜਿਨ੍ਹਾਂ ਦੇ ਔਲਾਦ ਨਹੀਂ, ਤੇ ਮਹਾਰਾਜ ਜੀ ਕਹਿੰਦੇ ਨੇ ਕਿ ਜਾ ਤੇਰੇ ਭਾਗਾਂ 'ਚ ਔਲਾਦ ਨਹੀਂ। ਜਿੱਦਾਂ ਪਹਿਲਾਂ ਵੀ ਸਾਖੀ ਸੁਣਾਈ ਸੀਗੀ ਕਿ ਇੰਡੀਆ ਦੇ ਵਿੱਚ ਇੱਕ ਜੋੜਾ ਆਇਆ, ਮਹਾਰਾਜ ਨੂੰ ਮਿਲੇ, ਮਹਾਰਾਜ ਨੇ ਪਹਿਲਾਂ ਹੀ ਕਹਿਤਾ ਕੋਲ ਆਉਣ ਤੋਂ ਪਹਿਲਾਂ ਹੀ, ਕਹਿੰਦੇ ਜਾ ਤੇਰੇ ਭਾਗਾਂ 'ਚ ਔਲਾਦ ਨਹੀਂ ਹੈਗੀ। ਤੇ ਉਹ ਬੰਦਾ ਕਹਿੰਦਾ ਮੈਨੂੰ ਪਤਾ ਮੇਰੇ ਭਾਗਾਂ 'ਚ ਔਲਾਦ ਨਹੀਂ, ਤੇ ਇਸ ਕਰਕੇ ਤੇ ਇੱਥੇ ਆਇਆ ਮੈਂ, ਇਸ ਕਰਕੇ ਤੇਰੇ ਕੋਲ ਆਇਆ
ਕਿ ਜੇ ਮੇਰੇ ਭਾਗਾਂ 'ਚ ਔਲਾਦ ਨਹੀਂ ਤਾਂ ਮੈਂ ਤੇਰੇ ਕੋਲ ਆਇਆ, ਜੇ ਔਲਾਦ ਹੁੰਦੀ ਤਾਂ ਮੈਂ ਤੇਰੇ ਕੋਲ ਕਿਉਂ ਆਉਂਦਾ। ਕਹਿੰਦੇ ਤੇਰੇ ਕੋਲੋਂ ਮੈਂ ਲੈ ਕੇ ਦਿਖਾਵਾਂਗਾ। ਤੇ ਉਹ ਬੰਦੇ ਨੇ ਲੋਨੀ ਦਰਬਾਰ ਤੇ ਕਿੰਨੀ ਦੇਰ ਸੇਵਾ ਕਰਕੇ ਮਹਾਰਾਜ ਜੀ ਕੋਲੋਂ ਔਲਾਦ ਲਈ। ਜਦ ਉਹਦੀ ਕਿਸਮਤ 'ਚ ਔਲਾਦ ਨਹੀਂ, ਮਹਾਰਾਜ ਨੇ ਕਿਹਾ ਨਹੀਂ, ਤੇ ਫਿਰ ਵੀ ਉਹਨੇ ਲੱਲੀ, ਦਾਤੇ ਨੇ ਲੇਖ ਬਦਲ ਦਿੱਤੇ। ਪਰ ਜਦੋਂ ਅਸੀਂ ਕਹਿੰਦੇ ਆ ਮਹਾਰਾਜ ਜੀ ਨੇ ਆ ਕਿਹਾ ਸੀ, ਉਹ ਬੰਦਾ ਏਦਾਂ ਹੋ ਜਾਏਗਾ, ਉਹ ਬੰਦਾ ਉਧਰ ਚਲ ਜਾਏਗਾ, ਉਹ ਬੰਦਾ ਕ੍ਰਿਤਕਾਨ ਹੋ ਜਾਏਗਾ, ਉਹ ਮਸੰਦ ਬਣ ਜਾਏਗਾ, ਯਾ ਅਸੀਂ ਇਹ ਕਿਉਂ ਨਹੀਂ ਕਹਿ ਸਕਦੇ ਦਾਤਾ ਨਹੀਂ, ਇਹ ਲੇਖ ਬਦਲ, ਪਲੀਜ਼ ਇਹ ਬਦਲ ਦੇ। ਜੇ ਉਹ ਮਾੜਾ ਉਹਨੂੰ ਚੰਗਾ ਕਰ ਦੇ, ਜੇ ਉਹਨੇ ਮਿਸ਼ਨ ਛੱਡ ਜਾਣਾ ਉਹਨੂੰ ਚੰਗਾ ਕਰ ਦੇ, ਜੇ ਉਹਨੇ ਮਿਸ਼ਨ 'ਚ ਖਰਾਬੀ ਕਰਨੀ ਹੈ ਉਹਨੂੰ ਚੰਗਾ ਕਰ ਦੇ। ਅਸੀਂ ਕਹਿੰਦੇ ਨਹੀਂ, ਮਹਾਰਾਜ ਨੇ ਕਹਿਤਾ, ਬਸ ਮਹਾਰਾਜ ਨੇ ਕਹਿਤਾ। ਯਾਰ ਪਲੀਜ਼, ਰੱਬ ਦੇ ਵਾਸਤੇ, ਉਹ ਦਾਤਾ ਹੈ, ਉਹ ਸਭ ਕੁਝ ਕਰ ਸਕਦਾ ਹੈ। ਸਾਡੀ ਇੱਕ ਵੀ ਦਿਲੋਂ ਕੀਤੀ ਹੋਈ ਫਰਿਆਦ ਉਹ ਬਦਲ ਸਕਦਾ, ਉਹ ਰੇਖ ਬਦਲ ਦਿੰਦਾ। ਜਦੋਂ ਮਹਾਰਾਜ ਜੀ ਨੂੰ ਛੋਟਿਆਂ ਹੁੰਦਿਆਂ ਮੈਂ ਕਿਹਾ ਕਿ ਮਹਾਰਾਜ ਜੀ, ਮੈਨੂੰ ਕਿਸੇ ਪੰਡਤ ਨੇ ਕਿਹਾ ਸੀ ਮੈਂ ਬਾਹਰ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਪੰਡਤ ਦੀ ਐਸੀ ਤੈਸੀ, ਤੇਰੇ ਕਹਿੰਦੇ ਲੇਖਾਂ 'ਚ ਨਹੀਂ ਕਹਿੰਦਾ। ਮੈਂ ਕਿਹਾ ਹਾਂਜੀ। ਕਹਿੰਦੇ ਤੇਰੇ ਲੇਖ ਦਰਸ਼ਨ ਦਾਸ ਲਿਖੇਗਾ। ਤੇ ਮਹਾਰਾਜ ਜੀ ਨੇ ਮੇਰੇ ਹੱਥ ਤੇ, ਮੱਥੇ ਤੇ ਹੱਥ ਫੇਰ ਕੇ ਕਿਹਾ, ਜਾ ਤੇਰੇ ਲੇਖ ਅੱਜ ਤੋਂ ਦਰਸ਼ਨ ਦਾਸ ਲਿਖੇਗਾ। ਮੈਂ ਬਾਹਰ ਵੀ ਆਇਆ, ਬਾਹਰ ਜਦੋਂ ਇਹ ਕਰ ਸਕਦਾ, ਇਹ ਬਦਲ ਸਕਦਾ, ਤੇ ਫਿਰ ਅਸੀਂ ਕਿਹੜੇ ਭੁਲੇਖਾਂ 'ਚ। ਇੱਕ ਹੋਰ ਮੈਂ ਤੁਹਾਨੂੰ ਦੱਸਦਾ, ਜਦੋਂ ਛੋਟੇ ਹੁੰਦੇ ਸੀਗੇ ਤੇ ਬਾਬਾ ਜੀ ਕਹਿੰਦੇ ਸੀ ਤੇ ਮਹਾਰਾਜ ਜੀ ਅਕਸਰ ਕਪੂਰਥਲਾ ਆਇਆ ਕਰਦੇ ਸੀਗੇ। ਮੇਰਾ ਦੋਸਤ ਸੀਗਾ, ਉਹਨੂੰ ਪੰਡਤ ਨੇ ਕਿਹਾ, ਉਹਨਾਂ ਟੇਵਾ ਦਿਖਾਇਆ ਤੇ ਉਹਨੂੰ ਉਹਨਾਂ ਨੇ ਕਿਹਾ ਸੀ ਕਿ ਇਹਦੀ ਉਮਰ ਥੋੜੀ ਹੈ, ਇਹਦਾ ਐਕਸੀਡੈਂਟ ਹੋਣਾ, ਇਹਨੇ ਮਰ ਜਾਣਾ। ਫਿਰ ਉਹਨਾਂ ਨੇ ਕਿਸੇ ਸੰਤਾਂ ਕੋਲ ਲੈ ਕੇ ਗਏ ਜਿੱਥੇ ਉਹ ਜਾਂਦੇ ਸੀ, ਉਹਦੇ ਮੰਮੀ ਡੈਡੀ, ਤੇ ਉਹਨਾਂ ਨੇ ਵੀ ਇਹੋ ਹੀ ਕਿਹਾ ਕਿ ਮੁੰਡੇ ਦੀ ਉਮਰ ਥੋੜੀ ਹੈ ਤੇ ਇਹਨੇ ਜਲਦੀ ਚਲ ਜਾਣਾ। ਚਲੋ ਉਹਨੇ ਪਰਵਾਹ ਨਹੀਂ ਕੀਤੀ, ਮੈਨੂੰ ਪਤਾ ਲੱਗਾ, ਮੈਨੂੰ ਬਹੁਤ ਦੁੱਖ ਸੀ, ਤਾਂ ਮੈਨੂੰ ਯਕੀਨ ਸੀ ਕਿ ਸਾਡਾ ਬਾਬਾ ਸਭ ਕੁਝ ਕਰ ਸਕਦਾ। ਤੇ ਇੱਕ ਦਿਨ ਮਹਾਰਾਜ ਜੀ ਆਪਣੇ ਸਸੁਰਾਲ ਆਏ ਹੋਏ ਸੀਗੇ ਤੇ ਮੈਨੂੰ ਪਤਾ ਲੱਗਾ ਮਹਾਰਾਜ ਜੀ ਉੱਥੇ ਹੈ। ਮੈਂ ਆਪਣੇ ਦੋਸਤ ਨੂੰ ਲੈ ਕੇ ਉਧਰ ਚਲਾ ਗਿਆ ਤੇ ਅਚਾਨਕ ਮਹਾਰਾਜ ਜੀ ਬਾਹਰ ਕਾਰ ਆਪਣੀ ਦਾ ਬੋਨਟ ਖੋਲ ਕੇ ਉਹਦੇ 'ਚ ਪਾਣੀ ਪਾ ਰਹੇ ਸੀਗੇ। ਮੱਥਾ ਟੇਕਿਆ ਤੇ ਕਹਿੰਦੇ ਹਾਂ। ਮੈਂ ਕਿਹਾ ਬਾਬਾ ਜੀ ਇਹ ਮੇਰਾ ਦੋਸਤ ਹੈ ਤੇ ਇਹਨੂੰ ਸੰਤਾਂ ਨੇ ਕਿਹਾ ਔਰ ਪੰਡਤ ਨੇ ਵੀ ਕਿਹਾ ਕਿ ਇਹਦੀ ਉਮਰ ਛੋਟੀ ਹੈ, ਇਹਨੇ ਐਕਸੀਡੈਂਟ ਨਾਲ ਮਰ ਜਾਣਾ। ਮਹਾਰਾਜ ਜੀ ਨੇ ਉਹਦੇ ਵੱਲ ਦੇਖਿਆ, ਫਿਰ ਮੇਰੇ ਵੱਲ ਦੇਖਿਆ, ਕਹਿੰਦੇ ਤੂੰ ਕੀ ਚਾਹੁੰਦਾ। ਮੈਂ ਕਿਹਾ ਬਾਬਾ ਜੀ ਮੇਰਾ ਦੋਸਤ ਹੈ ਕਿ ਇਹ ਮਰਨਾ ਨਹੀਂ ਚਾਹੀਦਾ, ਇਹਦੀ ਉਮਰ ਲੰਬੀ ਹੋਵੇ। ਕਹਿੰਦੇ ਬਸ। ਮੈਂ ਕਿਹਾ ਹਾਂਜੀ। ਮਹਾਰਾਜ ਜੀ ਉਹ ਪਾਣੀ ਪਾਉਂਦੇ ਪਏ ਸੀਗੇ ਗੱਡੀ 'ਚ, ਤੇ ਜਿਹੜੀ ਉਹ ਫੜੀ ਹੋਈ ਸੀ ਹੱਥ 'ਚ ਉਹਨਾਂ ਨੇ ਬੋਤਲ, ਉਹਦੇ 'ਚ ਮਾੜਾ ਜਿਹਾ ਪਾਣੀ ਦਾ ਹੱਥ ਪਾਇਆ ਤੇ ਉਹਨੂੰ ਕਹਿੰਦੇ ਲੈ ਪੀ ਜਾ। ਕਹਿੰਦੇ ਜਾ, ਕੁਛ ਨਹੀਂ ਹੁੰਦਾ, ਟੇਕਾ ਪਾਈ ਦਾ। ਸੇ ਇਹ ਦੇਖ ਲਓ, ਉਹ ਮੇਰਾ ਦੋਸਤ ਅੱਜ ਤੱਕ ਹੈਗਾ ਪੰਜਾਬ ਦੇ ਵਿੱਚ, ਕਪੂਰਥਲੇ ਸ਼ਹਿਰ ਦੇ ਵਿੱਚ, ਅੱਜ ਤੱਕ ਠੀਕ ਠਾਕ ਹੈ, ਵਿਆਹ ਆਇਆ, ਉਹਦੇ ਬੱਚੇ ਹੈ। ਕਿਹੜੀਆਂ ਭੁਲੇਖਿਆਂ 'ਚ ਹੀ ਫਿਰਦੇ ਪਏ ਆ। ਉਹ ਸਭ ਕੁਝ ਕਰ ਸਕਦਾ, ਸਿਰਫ ਆਪਣੇ ਦਿਲੋਂ ਕਰੀਏ। ਅਸੀਂ ਇਹ ਕਰੀਏ, ਜੇ ਅਸੀਂ ਕਹਿੰਦੇ ਆ ਕਿ ਅਸੀਂ ਦਰਸ਼ਨ ਦਾਸ ਮਹਾਰਾਜ ਜੀ ਦੇ ਬੱਚੇ ਆ, ਅਸੀਂ ਉਹਦੇ ਮਿਸ਼ਨ 'ਚ ਕੰਮ ਕਰਦੇ ਆ ਔਰ ਅਸੀਂ ਚੰਗੇ ਬਣਨਾ ਚਾਹੁੰਦੇ ਆ, ਅਸੀਂ ਕੁਝ ਵਾਪਸ ਦੇਣਾ ਚਾਹੁੰਦੇ ਆ, ਅਸੀਂ ਇੱਕ ਦੂਜੇ ਦਾ ਸਾਥ ਦਈਏ, ਇੱਕ ਦੂਜੇ ਨਾਲ ਮਿਲ ਕੇ ਇਸ ਮਿਸ਼ਨ ਨੂੰ ਫੈਲਾਈਏ, ਲੋਕਾਂ ਨੂੰ ਦੱਸੀਏ, ਥਾਂ ਥਾਂ ਤੇ ਢੰਡੋਰਾ ਦਈਏ, ਜਿੱਥੇ ਨਹੀਂ ਪਤਾ ਉੱਥੇ ਵੀ ਦੱਸੀਏ। ਇਹ ਨਹੀਂ ਕਿ ਜਦੋਂ ਮਹਾਰਾਜ ਜੀ ਚਾਹੇਗਾ ਉਦੋਂ ਕਰ ਲੇਗਾ, ਜਦੋਂ ਮਹਾਰਾਜ ਜੀ ਨੇ ਚਾਹਣਾ ਉਦੋਂ ਹੋ ਜਾਣਾ। ਤੇ ਜੇ ਮਹਾਰਾਜ ਜੀ ਨੇ ਸਭ ਕੁਝ ਚਾਹਣਾ ਤੇ ਫਿਰ ਸਵੇਰੇ ਕੰਮ ਤੇ ਜਾਣ ਲੱਗਿਆਂ ਜਾਂ ਕੰਮ ਤੇ ਜਾਣਾ ਹੁੰਦਾ ਤੇ ਰਾਤ ਨੂੰ ਅਲਾਰਮ ਕਿਉਂ ਲਗਾਉਂਦੇ ਆ ਕਿ ਸਵੇਰੇ ਲੇਟ ਨਾ ਹੋ ਜਾਈਏ। ਉਦੋਂ ਕਿਉਂ ਨਹੀਂ ਅਸੀਂ ਕਹਿੰਦੇ ਸੌਂ ਜਾਓ ਆਰਾਮ ਨਾਲ, ਜੇ ਮਹਾਰਾਜ ਜੀ ਉਠਾਏਗਾ ਤੇ ਕੰਮ ਤੇ ਚੱਲ ਜਾਵਾਂਗੇ, ਜੇ ਨਹੀਂ ਉਠਾਏਗਾ ਤਾਂ ਨਾ ਸਹੀ। ਉਦੋਂ ਤੇ ਨਹੀਂ ਕਦੀ ਇਹ ਕਿਹਾ। ਗੱਡੀ ਚਲਾਉਣ ਲੱਗਿਆ ਰੈੱਡ ਲਾਈਟਸ ਹੋ ਜਾਂਦੀ, ਉਦੋਂ ਬ੍ਰੇਕ ਮਾਰਦੇ। ਬ੍ਰੇਕ ਕਿਉਂ ਮਾਰਦੇ ਆ? ਚੱਲੀ ਜਾਓ, ਮਹਾਰਾਜ ਜੀ ਬਚਾ ਲੇਗਾ।
ਉਦੋਂ ਯਾਦ ਆ ਜਾਂਦਾ ਨਹੀਂ ਕਾਨੂੰਨ ਹੈ, ਪੁਲਿਸ ਨੇ ਫੜ ਲੈਣਾ, ਪੁਆਇੰਟਸ ਲੱਗ ਜਾਣੇ ਆ। ਪਰ ਜਦੋਂ ਰੱਬ ਦਾ ਕੰਮ ਆਉਂਦਾ ਉਦੋਂ ਜਦੋਂ ਉਹ ਚਾਹੇਗਾ ਉਹ ਕਰਵਾ ਲਏਗਾ, ਜਿਹਨੂੰ ਲਿਆਏਗਾ ਅੰਦਰ ਲਾਏਗਾ। ਅਰੇ ਜਿਹਨੂੰ ਲਿਆਣਾ, ਜਿਹਨੂੰ ਉਹਨੇ ਚਾਹਣਾ, ਉਹ ਉਹਨੂੰ ਪਤਾ, ਸਾਨੂੰ ਥੋੜਾ ਪਤਾ। ਪਰ ਅਸੀਂ ਤੇ ਉਹ ਕਰੀਏ ਜੋ ਦੁਨੀਆਦਾਰੀ ਵਾਲੇ ਕਰਨਾ ਚਾਹੀਦਾ ਹੈ, ਕਿ ਆਪਣੀ ਦੁਕਾਨ ਤੇ ਕਸਟਮਰ ਕਿੱਦਾਂ ਆਏਗਾ, ਬਿਜ਼ਨਸ ਕਿੱਦਾਂ ਵਧੇਗਾ, ਇਹ ਬਿਜ਼ਨਸ ਨੂੰ ਕਿੱਦਾਂ ਫੈਲਾਈਏ, ਲੋਕਾਂ ਨਾਲ ਮਿੱਠਾ ਬੋਲੀਏ, ਕਸਟਮਰਾਂ ਦੀ ਗੱਲ ਸੁਣੀਏ, ਉਹਨਾਂ ਨੂੰ ਆਪਣਾ ਮਿੱਤਰ ਬਣਾਈਏ। ਬਿਜ਼ਨਸ ਵਾਲੇ ਸਾਡਾ ਹਿਸਾਬ ਕਿਤਾਬ ਸਾਰਾ ਇੱਕ, ਦੁਕਾਨ ਟਾਈਮ ਸਿਰ ਖੋਲਣੀ ਹੈ, ਦੁਕਾਨ ਟਾਈਮ ਸਿਰ ਬੰਦ ਕਰਨੀ। ਕੀ ਹੈ, ਕਸਟਮਰ ਟੁੱਟ ਜਾਣਗੇ, ਕਸਟਮਰ ਨਾਰਾਜ਼ ਹੋ ਜਾਣਗੇ। ਰੱਬ ਦਾ ਕੰਮ ਜੋ ਮਰਜ਼ੀ ਹੈ, ਨਾਰਾਜ਼ ਹੁੰਦਾ ਹੋ ਜੇ, ਦਰਸ਼ਨਦਾਸ ਦਾ ਕੰਮ ਜਾਂਦਾ ਜਾਵੇ। ਮੈਂ ਮਾਫੀ ਚਾਹੁੰਦਾ, ਔਰ ਕਿਸੇ ਨੂੰ ਮੇਰੀਆਂ ਇਹਨਾਂ ਗੱਲਾਂ ਤੋਂ ਕੋਈ ਬੁਰਾ ਲੱਗਿਆ ਹੋਵੇ ਜਾਂ ਮੈਂ ਕਿਸੇ ਦੇ ਖਿਲਾਫ ਕੁਝ ਬੋਲਿਆ ਗਿਆ ਹੋਵੇ, ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ। ਆਸ ਹੈ ਮੈਨੂੰ ਮਾਫ ਕਰ ਦਿਓਗੇ। ਮੈਂ ਇਹ ਜੋ ਅੱਜ ਕਿਹਾ, ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸਿਆ। ਮੈਂ ਨਹੀਂ ਚਾਹੁੰਦਾ ਕਿ ਅਸੀਂ ਮਹਾਰਾਜ ਦਰਸ਼ਨਦਾਸ ਤੋਂ ਟੁੱਟੀਏ ਜਾਂ ਪਾਪਾਂ ਦੇ ਭਾਗੀ ਬਣੀਏ। ਸਾਨੂੰ ਇਹ ਅਨਮੋਲ ਟਾਈਮ ਮਿਲਿਆ ਕਿ ਅਸੀਂ ਮਹਾਰਾਜ ਜੀ ਦੇ ਸੇਵਕ ਬਣੇ ਆ, ਉਹਨੇ ਸਾਨੂੰ ਬਣਾਇਆ, ਸਾਨੂੰ ਮੌਕਾ ਦਿੱਤਾ, ਇੱਥੋਂ ਟੁੱਟੀਏ ਨਾ। ਤੇ ਮਹਾਰਾਜ ਜੀ ਕਿਹਾ ਕਰਦੇ ਸੀ, ਜਿਹੜਾ ਇੱਕ ਵਾਰੀ ਇੱਥੋਂ ਟੁੱਟ ਗਿਆ ਫਿਰ ਦੁਬਾਰਾ ਕਦੀ ਚਾਂਸ ਨਹੀਂ ਮਿਲਣਾ। ਸੋ ਪਲੀਜ਼ ਨਫ਼ਰਤ, ਈਰਖਾ, ਜੈਲਸੀ ਛੱਡੀਏ, ਇੱਕ ਦੂਜੇ ਦੇ ਸਾਥ ਦਈਏ, ਇੱਕ ਦੂਜੇ ਨਾਲ ਪਿਆਰ ਕਰੀਏ, ਇੱਕ ਦੂਜੇ ਦੇ ਨਾਲ ਵਿਸ਼ਵਾਸ ਕਰੀਏ। ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਮਹਾਰਾਜ ਦੇ ਸੇਵਕ ਹਾਂ। ਤੇ ਅਸੀਂ ਰੋਜ਼ ਕੀ ਬੋਲਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਤਾਂ ਹੀ ਸਰਬੱਤ ਦਾ ਭਲਾ ਹੋਣਾ ਜੇ ਅਸੀਂ ਇਹਨਾਂ ਚੀਜ਼ਾਂ ਤੇ ਚੱਲਾਂਗੇ। ਧੰਨਵਾਦ ਤੁਹਾਡਾ ਇਸ ਚੈਨਲ ਨੂੰ ਦੇਖਣ ਦਾ। ਤੇ ਆਪ ਵੀ ਕੁਝ ਕਹਿਣਾ ਚਾਹੁੰਦੇ ਹੋ ਤੇ ਜ਼ਰੂਰ ਆਓ ਤੇ ਇਸ ਤੇ ਆਪਣੇ ਵਿਚਾਰ ਰੱਖੋ। ਅੱਜ ਦੇ ਲਈ ਇੰਨਾ ਹੀ। ਥੈਂਕ ਯੂ। ਧੰਨ ਗੁਰੂ ਦਰਸ਼ਨ।